ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਕੁਝ ਅਗਿਆਸੂ ਇਹ ਦੱਸਦੇ ਹਨ ਜੀ ਅਸੀਂ ਸਿਮਰਨ ਤਾਂ ਕਰਦੇ ਹਾਂ, ਪਰ ਉਹ ਕਹਿੰਦੇ ਹਨ ਸਾਨੂੰ ਮਹਿਸੂਸ ਹੁੰਦਾ ਹੈ ਕਿ ਸਾਡੀ ਸਿਮਰਨ ਦੀ ਕਿਰਿਆ ਸਫਲ ਨਹੀਂ ਹੋ ਰਹੀ, ਕਿਉਂਕਿ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆ ਰਹੀ। ਸੋ ਗੁਰਮੁਖ ਪਿਆਰਿਆਂ ਨੇ ਇਹੋ ਜਿਹੇ ਜਗਿਆਸੂਆਂ ਲਈ ਅੱਜ ਦਾ ਲੇਖ ਵਿੱਚ ਕੁਝ ਦਰਸਾਏ ਹਨ ਨੁਕਤੇ ਜਿਹੜੇ ਸਿਮਰਨ ਦੀ ਕਿਰਿਆ ਨੂੰ ਸਫਲ ਬਣਾ ਸਕਦੇ ਹਨ। ਸਿਮਰਨ ਭਾਗ ਤੀਜਾ। ਗੁਰਬਾਣੀ ਵਿੱਚ ਸਿਮਰਨ ਲਈ ਅੰਮ੍ਰਿਤ ਵੇਲਾ ਨੂੰ ਵਿਸ਼ੇਸ਼ਤਾ ਦਿੱਤੀ ਗਈ ਹੈ, ਕਿਉਂਕਿ ਇਸ ਵੇਲੇ ਲੋਕਾਈ ਗੂੜੀ ਨੀਂਦ ਵਿੱਚ ਸੁੱਤੀ ਹੁੰਦੀ ਹੈ ਅਤੇ ਦੁਨਿਆਵੀ ਵਾਤਾਵਰਣ ਵਿੱਚ ਮਾਇਕੀ ਰੋਲ ਕਚੋਲੇ ਦੀਆਂ ਲਹਿਰਾਂ ਘੱਟ ਹੁੰਦੀਆਂ ਹਨ। ਅੰਮ੍ਰਿਤ ਵੇਲੇ ਕੁਦਰਤ ਦਾ ਵਾਯੂਮੰਡਲ ਵੀ ਸ਼ਾਂਤ ਹੁੰਦਾ ਹੈ, ਜੋ ਸਿਮਰਨ ਕਰਨ ਲਈ ਖਾਸ ਸਹਾਇਕ ਹੁੰਦਾ ਹੈ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਚਾਲਾਂਗੇ ਉਠ ਨਾਮ ਜਪ ਨਿਸ ਬਾਸੁਰ ਆਰਾਧ। ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਭਲਕੇ ਉਠ ਪਰਾਉਣਾ ਮੇਰੇ ਘਰ ਆਵੋ। ਨਾਮ ਸੁਣੈ ਨਾਮ ਸੰਗ ਰਹੈ ਨਾਮੇ ਲਿਵਲਾਵੋ। ਉਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਧੇ। ਸੋ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਅਸੀਂ ਸਮਝ ਲੈਂਦੇ ਹਾਂ ਕਿ ਸਵੇਰੇ ਉੱਠ ਕੇ ਕੁਝ ਸਮੇਂ ਲਈ ਨਾਮ ਜਪਣ ਜਾਂ ਸਿਮਰਨ ਕਰਨ ਲਈ ਬੈਠਣ ਨਾਲ ਸਾਡਾ ਧਾਰਮਿਕ ਫਰਜ਼ ਪੂਰਾ ਹੋ ਗਿਆ, ਪਰ ਇਹ ਸਾਡਾ ਭੁਲੇਖਾ ਹੈ। ਹਾਂਜੀ, ਸਵੇਰੇ ਸਿਰਫ ਕੁਝ ਸਮੇਂ ਲਈ ਬੈਠ ਕੇ ਸਿਮਰਨ ਕਰਨ ਨਾਲ ਅਸੀਂ ਜੇ ਇਹ ਸਮਝ ਲਈਏ ਕਿ ਸਾਡਾ ਧਾਰਮਿਕ ਫਰਜ਼ ਪੂਰਾ ਹੋ ਗਿਆ, ਤਾਂ ਇਹ ਸਾਡਾ ਭੁਲੇਖਾ ਹੈ। ਕਿਉਂਕਿ ਪਹਿਲਾਂ ਤਾਂ ਜਦ ਅਸੀਂ ਸਿਮਰਨ ਕਰਨ ਲਈ ਬੈਠਦੇ ਹਾਂ ਤਾਂ ਸਾਡੀਆਂ ਬਾਹਰਮੁਖੀ ਬਿਰਤੀਆਂ ਮਨ ਨੂੰ ਟਿਕਣ ਨਹੀਂ ਦਿੰਦੀਆਂ ਅਤੇ ਸਿਮਰਨ ਦੇ ਉਦੇਸ਼ ਤੋਂ ਦੁਰੇਡਾ ਲੈ ਜਾਂਦੀਆਂ ਹਨ। ਸਿਮਰਨ ਦਾ ਉਦੇਸ਼ ਤਾਂ ਇਹ ਹੈ ਕਿ ਮਨ ਨੂੰ ਇਕਾਗਰ ਕਰਨਾ ਇੱਕ ਨੁਕਤੇ 'ਤੇ, ਪਰ ਜਿਹੜੀਆਂ ਸਾਡੀਆਂ ਬਾਹਰਮੁਖੀਆਂ ਬਿਰਤੀਆਂ ਹਨ ਉਹ ਮਨ ਨੂੰ ਟਿਕਣ ਨਹੀਂ ਦਿੰਦੀਆਂ ਅਤੇ ਸਿਮਰਨ ਦੇ ਉਦੇਸ਼ ਤੋਂ ਦੁਰੇਡੇ ਲੈ ਜਾਂਦੀਆਂ ਹਨ। ਅਤੇ ਜੇ ਕਿਤੇ ਮਨ ਇਕਾਗਰ ਹੋ ਵੀ ਜਾਵੇ ਤਾਂ ਮਨ ਅਤੇ ਤਨ ਨਿਸਲ ਹੋਣ ਨਾਲ ਨੀਂਦ ਆ ਘੇਰਦੀ ਹੈ ਅਤੇ ਇਸ ਕਸ਼ਮਕਸ਼ ਵਿੱਚ ਹੀ ਸਿਮਰਨ ਦਾ ਵੇਲਾ ਗੁਜ਼ਰ ਜਾਂਦਾ ਹੈ। ਅਸੀਂ ਮਨ ਦੇ ਇਸ ਘੋਲ ਜਾਂ ਖਿੱਚੋ ਤਾਣ ਨੂੰ ਹੀ ਸਿਮਰਨ ਸਮਝਣ ਲੱਗ ਪੈਂਦੇ ਹਾਂ। ਹਾਂ, ਸਿਮਰਨ ਕਰਨ ਲਈ ਕੀਤੇ ਸਾਡੇ ਇਹ ਯਤਨ ਤਰਲੇ ਜਾਂ ਘਾਲਣਾ ਜੇਕਰ ਸ਼ਰਧਾ ਭਾਵਨੀ ਨਾਲ ਕੀਤੇ ਜਾਣ ਤਾਂ ਇਹ ਵੀ ਸਮਾਂ ਪਾ ਕੇ ਸਫਲ ਹੋ ਜਾਂਦੇ ਹਨ ਅਤੇ ਸਹਿਜੇ ਸਹਿਜੇ ਸਿਮਰਨ ਵਿੱਚ ਮਨ ਟਿਕਣ ਲੱਗ ਜਾਂਦਾ ਹੈ। ਹਾਂਜੀ, ਪਹਿਲਾਂ ਤਾਂ ਬਿਰਤੀਆਂ ਮਨ ਨੂੰ ਟਿਕਣ ਨਹੀਂ ਦਿੰਦੀਆਂ, ਦੁਰੇਡੇ ਲੈ ਜਾਂਦੀਆਂ ਹਨ ਬਾਹਰਮੁਖੀ ਬਿਰਤੀਆਂ। ਦੂਸਰਾ, ਜੇ ਮਾੜਾ ਜਿਹਾ ਮਨ ਇਕਾਗਰ ਹੁੰਦਾ ਵੀ ਹੈ ਤਾਂ ਮਨ ਅਤੇ ਤਨ ਨਿਸਲ ਹੋਣ ਨਾਲ ਨੀਂਦ ਆ ਘੇਰਦੀ ਹੈ। ਇਸ ਕਸ਼ਮਕਸ਼ ਵਿੱਚ ਸਿਮਰਨ ਦਾ ਵੇਲਾ ਗੁਜ਼ਰ ਜਾਂਦਾ ਹੈ। ਸੋ ਇਹ ਸਿਮਰਨ ਨਹੀਂ, ਸਿਮਰਨ ਦਾ ਤਰਲਾ ਹੈ। ਪਰ ਜੇ ਇਹ ਤਰਲਾ ਵੀ ਸ਼ਰਧਾ ਭਾਵਨੀ ਨਾਲ ਕੀਤੇ ਜਾਣ ਤਾਂ ਫਿਰ ਸਮਾਂ ਪਾ ਕੇ ਇਹ ਵੀ ਸਫਲ ਹੋ ਜਾਂਦਾ ਹੈ ਅਤੇ ਸਿਮਰਨ ਵਿੱਚ ਮਨ ਟਿਕਣ ਲੱਗ ਜਾਂਦਾ ਹੈ। ਸੋ ਸਾਡਾ ਮਨ ਪਿਛਲੇ ਕਈ ਜਨਮਾਂ ਤੋਂ ਅਟੁੱਟ ਮਾਇਕੀ ਸਿਮਰਨ ਕਰਦਾ ਆਇਆ ਹੈ, ਜਿਸ ਕਾਰਨ ਮਾਇਕੀ ਸਿਮਰਨ ਹੀ ਸਾਡੇ ਮਨ ਚਿਤ ਅੰਤਸ਼ਕਰਣ ਵਿੱਚ ਧਸ ਵਸ ਰਸ ਕੇ ਦ੍ਰਿੜ ਹੋ ਚੁੱਕਿਆ ਹੈ। ਸੋ ਇਸ ਦ੍ਰਿੜ ਹੋਈ ਮਾਇਕੀ ਰੰਗਤ ਨੂੰ ਬਦਲਣਾ ਅਥਵਾ ਇਸ ਉੱਤੇ ਆਤਮਕ ਰੰਗਤ ਚਾੜਨੀ ਅਤ ਕਠਿਨ ਹੈ, ਕਿਉਂਕਿ ਸਾਰਾ ਦਿਨ ਮਾਇਕੀ ਵਾਤਾਵਰਣ ਵਿੱਚ ਵਿਚਰਦਿਆਂ ਹੋਇਆਂ ਅਸੀਂ ਮਨ ਦੀ ਇਸ ਮਾਇਕੀ ਰੰਗਤ ਨੂੰ ਹੋਰ ਪਕੇਰਾ ਕਰੀ ਜਾਂਦੇ ਹਾਂ। ਇਸ ਤਰ੍ਹਾਂ ਸਾਡੇ ਮਨ ਦਾ ਮਾਇਕੀ ਪਲੜਾ ਭਾਰਾ ਹੁੰਦਾ ਜਾਂਦਾ ਹੈ। ਦੂਜੇ ਲਫ਼ਜ਼ਾਂ ਵਿੱਚ ਅੰਤਸ਼ਕਰਣ ਦੀ ਮਾਇਕੀ ਰੰਗਤ ਨੂੰ ਬਦਲਣ ਲਈ ਸਿਰਫ ਅੰਮ੍ਰਿਤ ਵੇਲੇ ਦਾ ਮਾੜਾ ਮੋਟਾ ਸਿਮਰਨ ਦਾ ਤਰਲਾ ਜਾਂ ਉਪਰਾਲਾ ਹੀ ਕਾਫੀ ਨਹੀਂ। ਹਾਂਜੀ, ਇਹ ਬਹੁਤ ਜ਼ਰੂਰੀ ਨੁਕਤਾ ਹੈ, ਕਿਉਂਕਿ ਅੰਮ੍ਰਿਤ ਵੇਲੇ ਜੇ ਮਾੜਾ ਮੋਟਾ ਅਸੀਂ ਸਿਮਰਨ ਦਾ ਤਰਲਾ ਕਰਾਂਗੇ, ਠੀਕ ਹੈ, ਥੋੜ੍ਹੀ ਜਿਹੀ ਮਨ ਦੀ ਮੈਲ ਉਤਰੇਗੀ, ਅਤੇ ਫਿਰ ਬਾਕੀ ਸਾਰਾ ਦਿਨ ਕੀ? ਸਾਰਾ ਦਿਨ ਤਾਂ ਮਾਇਕੀ ਰੰਗਤ ਹੋਰ ਪਕੇਰੀ ਆਉਂਦੀ ਜਾਂਦੀ ਹੈ। ਅੰਮ੍ਰਿਤ ਵੇਲੇ 2-4 ਕਿਲੋ ਮੈਲ ਉਤਰੀ, ਫਿਰ ਸਾਰਾ ਦਿਨ 7-8 ਕਿਲੋ ਹੋਰ ਚੜ੍ਹ ਗਈ। ਇਸ ਤਰ੍ਹਾਂ ਤਾਂ ਮਾਇਕੀ ਪਲੜਾ ਭਾਰੀ ਹੁੰਦਾ ਜਾਂਦਾ ਹੈ। ਸੋ ਇਹਨਾਂ ਲਫ਼ਜ਼ਾਂ ਨੂੰ ਫਿਰ ਦੁਹਰਾ ਦਈਏ, ਕਿਉਂਕਿ ਸਾਰਾ ਦਿਨ ਮਾਇਕੀ ਵਾਤਾਵਰਣ ਵਿੱਚ ਵਿਚਰਦਿਆਂ ਹੋਇਆਂ
ਅਸੀਂ ਮਨ ਦੀ ਇਸ ਮਾਇਕੀ ਰੰਗਤ ਨੂੰ ਹੋਰ ਪਕੇਰਾ ਕਰੀ ਜਾਂਦੇ ਹਾਂ। ਇਸ ਤਰ੍ਹਾਂ ਸਾਡੇ ਮਨ ਦਾ ਮਾਇਕੀ ਪਲੜਾ ਭਾਰਾ ਹੁੰਦਾ ਜਾਂਦਾ ਹੈ। ਦੂਜੇ ਲਫ਼ਜ਼ਾਂ ਵਿੱਚ ਅੰਤਸ਼ਕਰਨ ਦੀ ਮਾਇਕੀ ਰੰਗਤ ਨੂੰ ਬਦਲਣ ਲਈ ਸਿਰਫ ਅੰਮ੍ਰਿਤ ਵੇਲੇ ਦਾ ਮਾੜਾ ਮੋਟਾ ਸਿਮਰਨ ਦਾ ਤਰਲਾ ਜਾਂ ਉਪਰਾਲਾ ਹੀ ਕਾਫੀ ਨਹੀਂ। ਇਸ ਮਾਇਕੀ ਰੰਗਤ ਨੂੰ ਬਦਲਣ ਲਈ ਗੁਰਬਾਣੀ ਵਿੱਚ ਤਾਂ ਸਾਨੂੰ ਬਹਿੰਦਿਆਂ ਉੱਠਦਿਆਂ, ਪਲ ਪਲ, ਨਿਮਖ ਨਿਮਖ, ਸਾਸ ਗਿਰਾਸ, ਮਾਰਗ ਚਲਤ, ਸੋਵਤ ਜਾਗਤ, ਦਿਨਸ ਰਾਤ, ਸਗਲੀ ਵੇਲਾ, ਆਠ ਪਹਿਰ, ਨੀਤਾ ਨੀਤ, ਸਦਾ ਸਦਾ ਤੇ ਅਟੁੱਟ ਪ੍ਰਭੂ ਸਿਮਰਨ ਦੀ ਪ੍ਰੇਰਨਾ ਕੀਤੀ ਗਈ ਹੈ। ਊਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰ ਧਿਆਈਐ। ਊਠਤ ਬੈਠਤ ਸੋਵਤ ਜਾਗਤ ਹਰ ਧਿਆਈਐ ਸਗਲ ਅਵਰਦਾ ਜੀਓ। ਪਲ ਪਲ ਨਿਮਖ ਸਦਾ ਹਰ ਜਪਨੇ। ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ। ਊਠਤ ਬੈਠਤ ਸੋਵਤ ਜਾਗਤ ਸਾਸ ਹਰ ਜਪਨੇ। ਸਦਾ ਸਦਾ ਸਿਮਰ ਦਿਨ ਰਾਤ। ਊਠਤ ਬੈਠਤ ਸਾਸ ਗਿਰਾਸ। हर सिमरन की सगली बेला। दिन राती आराधो प्यारो, निमख ना कीजै ढीला। इस दा मतलब ये है कि गुरसिख ने अमृत वेले उठ के भी नाम जपना है ते फिर बहंदियां उठदियां भी नाम ध्यावना है। इस तरह बहंदियां उठदियां नाम ध्यावन नाल साडी मायकी रंगत फिक्की पैंदी जावेगी अथवा जीवन दी रंगत दैवी हुंदी जावेगी। सो सिमरन की क्रिया नूं सफल बनाउण दा पहला नुकता यह है कि अमृत वेले उठ के भी नाम जपना है, पर उस दे नाल नाल बहंदियां उठदियां भी सिमरन करना है। इस तरह बहंदियां उठदियां नाम ध्यावण नाल साडी मायकी रंगत फिक्की पैंदी जावेगी अथवा जीवन की रंगत दैवी हुंदी जावेगी। गुरबाणी विच सिमरन दे इस पख नूं बहुत चंगी तरह दर्शाया गया है। ऊठत बैठत सोवत ध्याईऐ, मार्ग चलत हरे हर गाईऐ। आठ पहर सिमरो प्रभ अपना, मन तन सदा ध्याईऐ। आठ पहर सिमरो प्रभ नाम, अनक तीरथ मज्जन इशनान। नित उठ गावो प्रभ की बाणी, आठ पहर हर सिमरो प्राणी। प्रभ की उस्तुत करो दिन रात, तिसै ध्यावो सास गिरास। आठ पहर हर हर जप जाप, राखन हार गोविंद गुर आप। रैण दिनस तिस सदा ध्याई, जे खिन मैं सगल उदारे जियो। हर जपदियां खिन ढिल न कीजई मेरी जिंदड़िए, मत के जापै सा आवे के ना आवे राम। पर इस बहंदियां उठदियां हर नाम ध्यावे दे आदेश नूं कमावना अत कठिन है, क्योंकि साडा मन तां अपने पुराने संस्कारां अनुसार बहंदियां उठदियां माया दे रुझेवियां विच गलतान रहिंदा है, जिस कारण प्रभु सिमरन हो नहीं सकदा। पर साध संगत दी सहायता नाल एक कठिन खेल भी सौखी हो जाती है। हाँ जी, बहंदियां उठदियां दी आदत पाउणी ये बहुत मुश्किल काम है, पर साध संगत की सहायता नाल एक कठिन क्रिया भी सौखी हो जाती है। दूसरा नुकता अपनी सिमरन की क्रिया नूं सफल बनाउण दा ध्यान। पहला तां सी बहंदियां उठदियां जपण की आदत पाउणी, पर जिहड़ा ये बहंदियां उठदियां जपना है ये ध्यान नाल जपना है, क्योंकि हर एक कार्य की सफलता लई मन की इकाग्रता जां ध्यान लोड़ींदा है। जिस कारज में ध्यान ना दिता जाए वो कारज अधूरा, असफल जां ठाठा बागा ही बन के रह जाता है। इसलिए गुरबाणी सानू मन तन ते चित नाल सिमरन करन लई प्रेरदी है। हाँ जी, गुरबाणी सानू मन तन ते चित नाल सिमरन करन दी प्रेरणा देंदी है। मन तन प्रभ आराधिए मिल साध समागे। एक चित एक मन ते आए स्वामी, लाए प्रीत प्यारो।
प्रभ की उस्तुत करो संत मीत, सावधान एकाग्र चीत। राम नाम जप हृदय माए, नानक पत सेती कर जाहे। हर की भगत करो मन लाए, मन बाछत नानक फल पाए। मन बच कर्म राम नाम चितारी। सो ਅਸੀਂ ਮਨ ਅਥਵਾ ਅੰਤਸ਼ਕਰਣ ਦੇ ਸੰਸਕਾਰਾਂ ਅਨੁਸਾਰ ਸੋਚਦੇ ਤੇ ਕਰਮ ਕਰਦੇ ਹਾਂ। ਜਿਹੋ ਜਿਹੇ ਸਾਡੇ ਅੰਦਰ ਸੰਸਕਾਰ ਬਣ ਗਏ ਹਨ, ਉਸੇ ਸੰਸਕਾਰਾਂ ਅਨੁਸਾਰ ਅਸੀਂ ਸੋਚਦੇ ਹਾਂ ਤੇ ਉਹ ਜੇ ਕਰਮ ਕਰਦੇ ਹਾਂ। ਇਹ ਮਾਇਕੀ ਸੰਸਕਾਰ, ਇਹ ਜਨਮ ਜਨਮਾਂਤਰਾਂ ਦੇ ਮਾਇਕੀ ਸਿਮਰਨ ਅਥਵਾ ਅਭਿਆਸ ਦੁਆਰਾ ਬਣਦੇ ਹਨ, ਜਿਨ੍ਹਾਂ ਨੂੰ ਬਦਲਣਾ ਅਤ ਕਠਿਨ ਹੈ। ਉਦਾਹਰਣ ਦੇ ਤੌਰ 'ਤੇ ਸ਼ਰਾਬੀ ਦੇ ਮਨ ਚਿਤ ਅੰਤਸ਼ਕਰਣ ਵਿੱਚ ਸ਼ਰਾਬ ਦੇ ਸੰਸਕਾਰ ਬਣ ਜਾਂਦੇ ਹਨ, ਜੋ ਉਸ ਦੇ ਜੀਵਨ ਦੇ ਹਰ ਪੱਖ ਵਿੱਚ ਹਾਵੀ ਹੁੰਦੇ ਹਨ। ਸੋ ਇਸੇ ਤਰ੍ਹਾਂ ਜੇ ਅਸੀਂ ਕਿਤੇ ਦੈਵੀ ਸਿਮਰਨ ਕਰਨ ਦਾ ਉਪਰਾਲਾ ਕਰਦੇ ਹਾਂ ਤੇ ਜੇ ਧਿਆਨ ਨਹੀਂ ਤਾਂ ਹੁੰਦਾ ਕੀ ਹੈ, ਸਾਡੇ ਪਿਛਲੇ ਡਾਢੇ ਮਾਇਕੀ ਸੰਸਕਾਰ ਸਾਡੇ ਮਨ ਨੂੰ ਅਛੋਪਲੇ ਹੀ ਮਾਇਕੀ ਰੁਝੇਵਿਆਂ ਵੱਲ ਖਿਸਕਾ ਲੈਂਦੇ ਹਨ ਤੇ ਸਾਡਾ ਸਿਮਰਨ ਠਾਠਾ ਬਾਗਾ ਬਣ ਕੇ ਰਹਿ ਜਾਂਦਾ ਹੈ। ਧਿਆਨ ਦੇਣਾ ਜੀ, ਜੇ ਅਸੀਂ ਬਹਿੰਦਿਆਂ ਉੱਠਦਿਆਂ ਜਪਣ ਦੀ ਆਦਤ ਪਾ ਵੀ ਲਈਏ ਤੇ ਧਿਆਨ ਉਸ ਵਿੱਚ ਨਹੀਂ ਤਾਂ ਹੋਵੇਗਾ ਕਿ ਜਿਉਂ ਅਸੀਂ ਵਾਹਿਗੁਰੂ ਜਪਣਾ ਸ਼ੁਰੂ ਕਰਾਂਗੇ, ਉਹ ਜਿਹੜੇ ਡਾਢੇ ਮਾਇਕੀ ਸੰਸਕਾਰ ਸਾਡੇ ਅੰਦਰ ਹਨ, ਉਹ ਅਛੋਪਲੇ ਹੀ ਇੱਕ ਸੈਕਿੰਡ ਵਿੱਚ ਮਨ ਨੂੰ ਖਿਸਕਾ ਲੈਣਗੇ ਮਾਇਕੀ ਰੁਝੇਵਿਆਂ ਵੱਲ। ਇਸ ਤਰ੍ਹਾਂ ਸਾਡਾ ਮਨ ਸਿਮਰਨ ਜਿਹੜਾ ਹੈ ਸਿਮਰਨ ਉਹ ਠਾਠਾ ਬਾਗਾ ਬਣ ਕੇ ਰਹਿ ਜਾਵੇਗਾ। ਭਾਵ ਇਹ ਕਿ ਰਸਨਾ ਤੋਂ ਤਾਂ ਵਾਹਿਗੁਰੂ ਵਾਹਿਗੁਰੂ ਜਪਦੇ ਹੋਵਾਂਗੇ, ਪਰ ਜਿਹੜਾ ਮਨ ਹੈ ਉਹ ਪਤਾ ਨਹੀਂ ਕਿੱਥੇ ਚਲਾ ਜਾਂਦਾ ਹੈ। ਸੋ ਇਹਨਾਂ ਲਫ਼ਜ਼ਾਂ ਨੂੰ ਫਿਰ ਦੁਹਰਾ ਦਈਏ ਕਿ ਜੇ ਅਸੀਂ ਕਿਤੇ ਦੈਵੀ ਸਿਮਰਨ ਕਰਨ ਦਾ ਉਪਰਾਲਾ ਕਰਦੇ ਹਾਂ ਤਾਂ ਸਾਡੇ ਪਿਛਲੇ ਡਾਢੇ ਮਾਇਕੀ ਸੰਸਕਾਰ ਸਾਡੇ ਮਨ ਨੂੰ ਅਛੋਪਲੇ ਹੀ ਮਾਇਕੀ ਰੁਝੇਵਿਆਂ ਵੱਲ ਖਿਸਕਾ ਲੈਂਦੇ ਹਨ ਤੇ ਸਾਡਾ ਸਿਮਰਨ ਜਿਹੜਾ ਹੈ ਉਹ ਠਾਠਾ ਬਾਗਾ ਬਣ ਕੇ ਰਹਿ ਜਾਂਦਾ ਹੈ। ਭੂਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲਗਤੈ ਤੈ ਆਪ ਬੰਦਾਇਓ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ, किंचित प्रीत न उपजय जन को जन कहाँ करे बेचारे। मन माया में फद रहो बिसरियो गोबिंद नाम, माया जाल पसारया पीतर चोग बनाए। तृष्णा पंखी फासिया निकस न पाए माए, माया मोह हरस्यों चित न लागे। दूजे पाए कणा दुख आगे, कबहूँ जियड़ा ऊब चढ़त है कबहूँ जाए प्याले। लोभी जियड़ा थिर न रहत है चारे कुंडा पाले। ਸੋ ਦੂਸਰਾ ਨੁਕਤਾ ਆਪਣੀ ਸਿਮਰਨ ਦੀ ਕਿਰਿਆ ਨੂੰ ਸਫਲ ਬਣਾਉਣ ਦਾ ਉਹ ਹੈ ਧਿਆਨ। ਪਰ ਜਿੱਥੇ ਆਪਣੇ ਧਿਆਨ ਨੂੰ ਬਰਕਰਾਰ ਰੱਖਣਾ ਹੈ ਉੱਥੇ ਦੂਜਿਆਂ ਦੇ ਧਿਆਨ ਵਿੱਚ ਵਿਘਨ ਨਹੀਂ ਪਾਉਣਾ, ਕਿਉਂਕਿ ਦੇਖਿਆ ਗਿਆ ਹੈ ਕਿ ਜਦ ਵਾਹਿਗੁਰੂ ਗੁਰਮੰਤਰ ਦਾ ਕੀਰਤਨ ਦੁਆਰਾ ਅਭਿਆਸ ਕੀਤਾ ਜਾਂਦਾ ਹੈ ਤਾਂ ਕਈ ਮਨਚਲੇ ਜਗਿਆਸੂ ਜੋਸ਼ ਵਿੱਚ ਆ ਕੇ ਕੀਰਤਨ ਦੇ ਸੁਰ ਤੋਂ ਬਾਹਰ ਹੋ ਕੇ ਉੱਚੀ ਉੱਚੀ ਜੋਸ਼ੀਲੀ ਆਵਾਜ਼ ਵਿੱਚ ਅਭਿਆਸ ਕਰਦੇ ਹਨ। ਇਸ ਤਰ੍ਹਾਂ ਉਹ ਬੇਸੁਰੇ ਹੋ ਕੇ ਕੀਰਤਨ ਦੇ ਲੈਅ ਸੁਰ ਵਿੱਚ ਵਿਘਨ ਪਾਉਂਦੇ ਹਨ ਤੇ ਬਾਕੀ ਸੰਗਤ ਨੂੰ ਪੂਰੀ ਤਰ੍ਹਾਂ ਆਤਮਕ ਲਾਹਾ ਲੈਣ ਤੋਂ ਵਾਂਝਿਆ ਰੱਖਦੇ ਹਨ। ਇਹ ਵੀ ਬਹੁਤ ਜ਼ਰੂਰੀ ਨੁਕਤਾ ਹੈ, ਕਿਉਂਕਿ ਧਿਆਨ ਬੜੀ ਮੁਸ਼ਕਲ ਨਾਲ ਟਿਕਦਾ ਹੈ ਤੇ ਕਿਸੇ ਦੇ ਧਿਆਨ ਵਿੱਚ ਵਿਘਨ ਪਾਉਣਾ ਇਹ ਬਹੁਤ ਵੱਡਾ ਪਾਪ ਹੈ। ਸੋ ਕਈ ਮਨਚਲੇ ਜਗਿਆਸੂ, ਮਨਚਲੇ ਤੋਂ ਭਾਵ ਜਿਹੜਾ ਆਪਣੇ ਮਨ ਦੇ ਕਹੇ 'ਤੇ ਚੱਲਦੇ ਹਨ, ਉਹ ਜਦੋਂ ਵਾਹਿਗੁਰੂ ਗੁਰਮੰਤਰ ਦਾ ਕੀਰਤਨ ਦੁਆਰਾ ਅਭਿਆਸ ਹੋ ਰਿਹਾ ਹੁੰਦਾ ਹੈ, ਜਿਸ ਤਰ੍ਹਾਂ ਕੀਰਤਨੀਏ ਬੋਲਦਾ ਉਸ ਤਰ੍ਹਾਂ ਨਹੀਂ, ਸਵਾਸਾਂ ਦੁਆਰਾ ਜਾਂ ਪਤਾ ਨਹੀਂ ਹੋਰ ਕਈ ਤਰ੍ਹਾਂ ਦੀਆਂ ਬੇਸੁਰੇ ਹੋ ਕੇ ਆਪਣੀ ਉੱਚੀ ਉੱਚੀ ਆਵਾਜ਼ ਵਿੱਚ ਉਹ ਸਿਮਰਨ ਅਭਿਆਸ ਕਰਦੇ ਹਨ, ਕੀਰਤਨ ਦੇ ਲੈਅ ਤੋਂ ਬਾਹਰ ਹੋ ਕੇ। ਇਸ ਤਰ੍ਹਾਂ ਉਹ ਦੂਜਿਆਂ ਦੇ ਧਿਆਨ ਵਿੱਚ ਵਿਘਨ ਪਾਉਂਦੇ ਹਨ। ਪਰ ਸਾਨੂੰ ਤਾਂ ਇਕੱਠਿਆਂ ਹੋ ਕੇ ਕੀਰਤਨ ਦੁਆਰਾ ਸਹਿਜ ਵਿੱਚ ਸਿਮਰਨ ਕਰਨਾ ਚਾਹੀਦਾ ਹੈ। ਜਿਵੇਂ ਕੀਰਤਨੀਏ ਬੋਲਦਾ ਹੈ ਉਸੇ ਲੈਅ ਵਿੱਚ ਪਿੱਛੇ ਸਾਰਿਆਂ ਨੇ ਉਸੇ ਲੈਅ ਵਿੱਚ ਸਹਿਜ ਨਾਲ ਸਿਮਰਨ ਕਰਨਾ ਹੈ, ਜਿਸ ਨਾਲ ਸਾਰੀ ਸੰਗਤ ਨੂੰ ਲਾਹਾ ਮਿਲੇ। ਗੁਰਬਾਣੀ ਵੀ ਇਸ ਵਿਸ਼ੇ ਦੀ ਇਉਂ ਪ੍ਰੋੜਤਾ ਕਰਦੀ ਹੈ। ਮਨ ਮੇਰੇ ਸੁਖ ਸਹਿਜ ਸੇਤੀ ਜਪਨਾਓ, ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਇਨ ਨਿਤ ਗਾਉ। हर का बिलोव ना बिलोवो मेरे भाई, सहज बिलोवो जैसे तत ना जाए।
दे बिमल मत सदा शरीरा, सहज सहज गुण रवे कबीरा। सुन हर गुण पीने सहज सुबाए, गुरमत सहजे नाम ते आए। गुर के शब्द मेरा हर प्रभ ते आई है, सहजे सच समावणिया। गोबिंद गावो सहज सुबाए, गुर के भै उजल होमे मल जाए। हुण हर एक दे मन च एक ख्वाहिश होंदी है कि मेरे अंदर भी सिमरन दृढ़ हो जाए, ताकि मैं भी श्वास श्वास जपां। सो सिमरन अथवा नाम दृढ़ाउण लई कई तरीकों की वरतों की जाती है, जिमें कि श्वासां द्वारा, या अखां विच अखां गढ़ के, या सिर ते हाथ तर के, या विभूति लगा के, या मानसिक शक्ति दे जादू टूणे नाल, या हठ जोग, ज्ञान जोग, कर्म जोग, तांत्रिक जोग आदि नाल। पर गुरमत अनुसार सिर्फ पंजां प्यारियां द्वारा ही सिमरन दृढ़ाया जा सकता है। सो साध संगत रूपी सचखंड अंदर सतगुरु दी पावन हजूरी विच दामनक इलाही किरना दा माहौल वरतदा है, जिस नाल जगियासू दे अंतरात्मे सहजे ही नाम सिमरन दृढ़ होंदा जांदा है। कहण तो भाव ये कि गुरसिखां नूं पंजां प्यारियां वालों जो गुरमंत्र प्रदान होंदा है, वो आत्म बीज बन के साध संगत रूपी इलाही गुफा विच सहजे ही पलदा, मौलदा, खिड़दा, विगसदा ते दृढ़ होंदा रहिंदा है। इस तरह सतगुरु दी बख्शिश द्वारा सहजे ही गुरशब्दी गोबिंद गजिया हो जाता है। सो सिमरन दी क्रिया नूं सफल बनाउण दा अगले जिहड़े दो नुकते हन, एक तां पंजां अमृत छकना, गुरु वाले बनना, ते फिर साध संगत विच विचरना। क्योंकि गुरसिखां नूं पंजां प्यारियां वालों जो गुरमंत्र प्रदान होंदा है, उस तो पहला अपने कोल मंत्र होंदा है, ते जदों महाराज दी चलाई हुई विधि अनुसार असीं पंजां प्यारियां कोल अमृत छक लैंदे हां, उस वेले सानूं गुरमंत्र मिलदा है। सो पंजां प्यारियां द्वारा जो सानूं गुरमंत्र प्रदान होंदा है, वो आत्म बीज बन के साध संगत रूपी इलाही गुफा विच सहजे ही पलदा, मौलदा, खिड़दा, विगसदा ते दृढ़ होंदा रहिंदा है। इस तरह सतगुरु दी बख्शिश द्वारा सहजे ही गुरशब्दी गोबिंद गजिया हो जाता है। सो मन चित विच सिमरन दृढ़ाउण लई साध संगत अत सहायक होंदी है। अगला जिहड़ा सिमरन की क्रिया नूं सफल बनाउण दा नुकता है, वो है बारंबार अभ्यास। जन्मां जन्मांतरां तो माया दे बहुरसां विच प्रवृत्त हो के साडा मन मायकी रस लैण लई वचित्रता, नवीनता, भिन्नता, वखरेवां, रस कस आदि भालदा आया है। जद इसनूं ये रस नहीं मिलते तां ये उचाट हो के अछोपले ही होर किसे पासे खिसक जाता है। माया व्यापत बहु प्रकारी, त्रिशन न बूझी बहुरंग माया। माया चित्र बचित्र बेमोहत, बिरला बूझे कोई। इसलिए सतगुरां ने साडी सुरत नूं अनेकां मायकी रसां कसां तो मोड़न लई साध संगत विच प्रभु दी अनंत तरंगा वाली रसीली ते बिस्मादी सिफत सलाह ते प्रेमा भगती दे बारंबार अभ्यास द्वारा सुरत नूं नित नवें दैवी बिस्मादी रसीले आश्चर्य स्वादले चलूले रंग वाले जीवन आदेश वाल प्रेरिया है। दूजे लफ्जां विच साध संगत विच शब्द सुरत दे अभ्यास अथवा सिमरन नाल प्रभु दी बिस्मादी सिफत, प्रेम स्वैपना, प्यार अंडोले, चुप प्रीत, शुक्र, अरदास, पै भावनी ते बैराग दियां इलाही भावनावां सुते सिद्ध जगियासू दे हिरदे विच उमड़ पैंदियां हन। क्योंकि मन दा सुभाव है नवीनता। माया विच क्यों खचत होंदा है कि माया विच इसनूं तरह तरह दे रस नवीनता मिलती है। माया व्यापत बहु प्रकारी। सो जद इसनूं नवे रस नहीं मिलते, ये उचाट हो के मन किसी होर पासे खिसक जाता है। इसे करके सतगुरां ने साड़ी सुरत नूं इस मायकी रसां कसां तो मोड़न लई साध संगत विच प्रभु दी अनंत तरंगां वाली रसीली बिस्मादी सिफत सलाह ते प्रेमा भगती दे बारंबार अभ्यास दर्शाया है। क्योंकि सिफत सलाह द्वारा, प्रेमा भगती द्वारा जदों साध संगत विच विचर के असी बारंबार अभ्यास करदे हां तां हुंदा की है,
ਹਿਰਦੇ ਦੇ ਵਿੱਚ ਅਨੇਕਾਂ ਨਵੇਂ ਤਰੰਗ ਉਪਜਦੇ ਹਨ। ਕਿਹੜੇ? ਬਿਸਮਾਦੀ ਸਿਫਤ, ਪ੍ਰੇਮ ਸਵੈਪਨਾ, ਪਿਆਰ ਢੋਲੇ, ਕਦੀ ਚੁੱਪ ਪ੍ਰੀਤ, ਕਦੀ ਸ਼ੁਕਰ, ਕਦੀ ਅਰਦਾਸ, ਕਦੀ ਪੈ ਭਾਵਨੀ, ਕਦੀ ਬੈਰਾਗ। ਸੋ ਮਨ ਨੂੰ ਜਦੋਂ ਇਹੋ ਜਿਹੇ ਉਚੇਰੇ ਨਵੇਂ ਆਤਮਕ ਝਲਕਾਰੇ ਜਾਂ ਰੰਗ ਮਿਲਦੇ ਹਨ, ਮਨ ਫਿਰ ਇਸ ਪਾਸੇ ਲੱਗ ਜਾਂਦਾ ਹੈ। ਸੋ ਇਲਾਹੀ ਇਹੋ ਜਿਹੀਆਂ ਭਾਵਨਾਵਾਂ ਸੁੱਤੇ ਸਿੱਧ ਜਗਿਆਸੂ ਦੇ ਹਿਰਦੇ ਵਿੱਚ ਉਮੜ ਪੈਂਦੀਆਂ ਹਨ ਜਦੋਂ ਸਾਧ ਸੰਗਤ ਵਿੱਚ ਬਾਰੰਬਾਰ ਸਿਫਤ ਸਲਾਹ ਤੇ ਪ੍ਰੇਮਾ ਭਗਤੀ ਦੁਆਰਾ ਅਭਿਆਸ ਕਰਦਾ ਹੈ। ਸੋ ਬਾਰੰਬਾਰ ਸਿਮਰਨ ਅਭਿਆਸ ਕਰਨਾ ਇਹ ਸ਼ਬਦ ਦੀ ਕਮਾਈ ਦਾ ਇੱਕ ਬਹੁਤ ਜ਼ਰੂਰੀ ਅੰਗ ਹੈ, ਪਰ ਇਸ ਵਿੱਚ ਬਹੁਤ ਘਾਲਣਾ, ਧੀਰਜ ਤੇ ਸ਼ਰਧਾ ਭਾਵਨੀ ਲੋੜੀਂਦੀ ਹੈ ਤੇ ਅਲੂਣੀ ਸਿਲ ਚੱਟਣੀ ਪੈਂਦੀ ਹੈ। ਕਿਉਂਕਿ ਜਿਹੜੀਆਂ ਤਰੰਗ ਉਪਜਦੇ ਹਨ, ਭਾਵਨਾਵਾਂ ਉਪਜਦੀਆਂ ਹਨ ਬੈਰਾਗ ਦੇ, ਸ਼ੁਕਰ ਦੇ, ਅਰਦਾਸ ਦੇ, ਇਹ ਤਾਂ ਕੁਝ ਸਮਾਂ ਲੱਗਦਾ ਹੈ। ਸ਼ੁਰੂਆਤ ਵਿੱਚ ਬੇਸਵਾਦੇ ਜਪਣਾ ਪੈਂਦਾ ਹੈ ਕਿਉਂਕਿ ਮਨ ਮੈਲਾ, ਮਨ ਨਿਰਮਲ ਹੋਇਆ, ਫਿਰ ਇਹ ਹਿਰਦੇ ਵਿੱਚੋਂ ਆਪਣੇ ਆਪ ਇਹੋ ਜਿਹੀਆਂ ਭਾਵਨਾਵਾਂ ਉਮੜ ਪੈਂਦੀਆਂ ਹਨ। ਸੋ ਇਸ ਕਰਕੇ ਇਹ ਬਾਰੰਬਾਰ ਅਭਿਆਸ ਜਿਹੜਾ ਜਪਣਾ ਹੈ, ਇਸ ਵਿੱਚ ਬਹੁਤ ਘਾਲਣਾ, ਧੀਰਜ ਤੇ ਸ਼ਰਧਾ ਭਾਵਨੀ ਲੋੜੀਂਦੀ ਹੈ ਤੇ ਅਲੂਣੀ ਸਿਲ ਚੱਟਣੀ ਪੈਂਦੀ ਹੈ ਸ਼ੁਰੂਆਤ ਵਿੱਚ। ਪਰ ਖਿੰਡੇ ਹੋਏ ਤ੍ਰਿਸ਼ਨਾਲੂ ਮਨ ਨੂੰ ਟਿਕਾਉਣ ਦਾ ਇਹ ਇੱਕੋ ਇੱਕ ਸਾਧਨ ਹੈ, ਗੁਰਮੰਤਰ ਦਾ ਬਾਰੰਬਾਰ ਇੱਕ ਮਨ ਇੱਕ ਚਿੱਤ ਪਾਏ ਅਭਿਆਸ ਹੀ ਹੈ। ਇਸ ਦੀ ਮਹਾਨਤਾ ਤੇ ਵਿਧੀ ਗੁਰਬਾਣੀ ਵਿੱਚ ਇਉਂ ਦਰਸਾਈ ਗਈ ਹੈ। ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਤਨ ਤਰਪੀਐ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਹੈ ਆਧਾਰ। ਉਚਰੋ ਰਾਮ ਨਾਮ ਲਖ ਬਾਰੀ, ਇੱਕ ਦੂਜੀ ਬੋ ਲਖ ਹੋਏ, ਲਖ ਹੋਵੇ ਲਖ ਵੀਸ, ਲਖ ਲਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਅਗਲਾ ਜਿਹੜਾ ਨੁਕਤਾ ਹੈ ਸਿਮਰਨ ਦੀ ਕਿਰਿਆ ਨੂੰ ਸਫਲ ਬਣਾਉਣ ਦਾ, ਉਹ ਹੈ ਭਾਵਨਾ ਨਾਲ ਜਪਣਾ। ਕਿਉਂਕਿ ਵੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਅਧਿਆਤਮਿਕ ਜਗਿਆਸੂ ਮਾਨਸਿਕ ਸੁੰਨ ਜਾਂ ਸ਼ੂਨ ਅਵਸਥਾ ਨੂੰ ਹੀ ਸਿਮਰਨ ਦੀ ਅੰਤਿਮ ਮੰਜ਼ਿਲ ਜਾਂ ਪੂਰਨ ਪ੍ਰਾਪਤੀ ਮੰਨ ਕੇ ਸੰਤੁਸ਼ਟ ਹੋ ਜਾਂਦੇ ਹਨ। ਐਸੇ ਜਗਿਆਸੂਆਂ ਕੋਲੋਂ ਭੁੱਲ ਇਹ ਹੁੰਦੀ ਹੈ ਕਿ ਉਹ ਭਾਵਨਾਹੀਣ ਫੋਕਾ ਰਟਨ ਕਰਦੇ ਹਨ। ਧਿਆਨ ਦੇਣਾ ਇਹ ਬਹੁਤ ਜ਼ਰੂਰੀ ਨੁਕਤਾ ਹੈ ਕਿ ਬਿਨਾਂ ਭਾਵਨਾ ਤੋਂ ਜਦੋਂ ਅਸੀਂ ਸਿਮਰਨ ਕਰਦੇ ਹਾਂ, ਅਫੁਰ ਅਵਸਥਾ 'ਤੇ ਤਾਂ ਪਹੁੰਚ ਗਏ ਜਿੱਥੇ ਕੋਈ ਫੁਰਨਾ ਨਹੀਂ, ਸੁੰਨ ਅਵਸਥਾ। ਹੁਣ ਉੱਥੇ ਪਹੁੰਚ ਕੇ ਹੁਣ ਬਾਹਰ ਕਿਵੇਂ ਨਿਕਲਣ ਦਾ ਕੋਈ ਰਾਹ ਹੀ ਨਹੀਂ ਮਿਲਦਾ। ਸੋ ਕਈ ਜਗਿਆਸੂ ਇੱਥੇ ਸੰਤੁਸ਼ਟ ਹੋ ਜਾਂਦੇ ਹਨ ਕਿ ਉਹਨਾਂ ਕੋਲੋਂ ਗਲਤੀ ਇਹ ਹੁੰਦੀ ਹੈ, ਨਿਕਲਣ ਦਾ ਰਾਹ ਕਿਉਂ ਨਹੀਂ ਮਿਲਦਾ? ਕਿਉਂਕਿ ਉਹ ਸ਼ੁਰੂਆਤ ਵਿੱਚ ਹੀ ਭਾਵਨਾ ਤੋਂ ਬਿਨਾਂ ਮੰਤਰ ਦਾ ਰਟਨ ਕਰਦੇ ਹਨ। ਸੋ ਮਹਾਂਪੁਰਖਾਂ ਦੇ ਲਫ਼ਜ਼ਾਂ ਵਿੱਚ ਇਹ ਫਿਰ ਦੁਹਰਾ ਦਈਏ ਕਿ ਵੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਅਧਿਆਤਮਿਕ ਜਗਿਆਸੂ ਮਾਨਸਿਕ ਸੁੰਨ ਜਾਂ ਸ਼ੂਨ ਅਵਸਥਾ ਨੂੰ ਹੀ ਸਿਮਰਨ ਦੀ ਅੰਤਮ ਮੰਜ਼ਿਲ ਜਾਂ ਪੂਰਨ ਪ੍ਰਾਪਤੀ ਮੰਨ ਕੇ ਸੰਤੁਸ਼ਟ ਹੋ ਜਾਂਦੇ ਹਨ। ਐਸੇ ਜਗਿਆਸੂਆਂ ਕੋਲੋਂ ਭੁੱਲ ਇਹ ਹੁੰਦੀ ਹੈ ਕਿ ਉਹ ਭਾਵਨਾਹੀਣ ਫੋਕਾ ਰਟਨ ਕਰਦੇ ਹਨ। ਗੁਰਬਾਣੀ ਵਿੱਚ ਇਸ ਵਿਚਾਰ ਦੀ ਇਉਂ ਪੁਸ਼ਟੀ ਕੀਤੀ ਗਈ ਹੈ, ਸੁਨੋ ਸੁਨ ਕਹੈ ਸਭ ਕੋਈ, ਅਨਹਦ ਸੁਨ ਕਹਾਂ ਤੇ ਹੋਈ। ਨੌ ਸਰ ਸੁਬਰ ਦਸਵੇਂ ਪੂਰੇ, ਤੈ ਅਨਹਦ ਸੁਨ ਵਜਾਵੇ ਤੂਰੇ। ਸਾਚੇ ਰਾਚੇ ਦੇਖ ਹਜੂਰੇ, ਘਟ ਘਟ ਸਾਚ ਰਿਹਾ ਪਰ ਪੂਰੇ। ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਏ ਸਚ ਸੋਏ। ਸੁਨ ਸ਼ਬਦ ਅਪਰੰਪਰ ਤਾਰੈ। ਇਹ ਤਾਂ ਜੋਗੀ ਲੋਕਾਂ ਦੀ ਕਿਰਿਆ ਹੈ, ਕਿਉਂਕਿ ਜੋਗੀ ਲੋਕ ਮਨ ਦੀ ਵਿਕਾਰੀ ਚੇਸ਼ਟਾ ਤੋਂ ਖਾਲੀ ਅਫੁਰ ਅਵਸਥਾ ਨੂੰ ਸੁਨ ਜਾਂ ਅਨਹਦ ਸੁਨ ਕਹਿੰਦੇ ਹਨ। ਪਰ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਸਮਝਾਇਆ ਕਿ ਇਸ ਸੁਨ ਨੂੰ 9 ਦਰਵਾਜ਼ਿਆਂ ਤੋਂ ਪਰੇ ਮਨ ਦੀਆਂ ਬਿਰਤੀਆਂ ਨੂੰ ਦੈਵੀ ਗੁਣਾਂ, ਵਲਵਲਿਆਂ ਤੇ ਪ੍ਰੇਮ ਸਵੈਪਨਾਵਾਂ ਨਾਲ ਭਰਪੂਰ ਕਰਨਾ ਹੈ। ਹਾਂਜੀ, ਸੁਨ ਤੋਂ ਪਰੇ 9 ਦਰਵਾਜ਼ੇ। ਗੁਰੂ ਸਾਹਿਬਾਨ ਨੇ ਉਹਨਾਂ ਨੂੰ ਸਮਝਾਇਆ ਕਿ ਇਸ ਸੁਨ ਨੂੰ 9 ਦਰਵਾਜ਼ਿਆਂ ਤੋਂ ਪਰੇ ਮਨ ਦੀਆਂ ਬਿਰਤੀਆਂ ਨੂੰ ਦੈਵੀ ਗੁਣਾਂ, ਵਲਵਲਿਆਂ ਤੇ ਪ੍ਰੇਮ ਸਵੈਪਨਾਵਾਂ ਨਾਲ ਭਰਪੂਰ ਕਰਨਾ ਹੈ। ਜਦੋਂ ਇਹ ਸਾਡੀਆਂ ਬਿਰਤੀਆਂ ਪ੍ਰੇਮ ਸਵੈਪਨਾ ਵਾਲੇ ਵਲਵਲਿਆਂ ਨਾਲ ਭਰਪੂਰ ਹੋ ਜਾਣਗੀਆਂ, ਇਸ ਹਾਲਤ ਵਿੱਚ ਸੁਨ ਦੀ ਥਾਂ ਸੰਗਤ ਵਿੱਚ ਸਾਨੂੰ ਆਤਮ ਮੰਡਲ ਦਾ ਰਸੀਲਾ ਅਨਹਦ ਨਾਦ ਇਲਾਹੀ ਸੰਗੀਤ ਸੁਣਾਈ ਦਿੰਦਾ ਹੈ, ਜਿਸ ਵਿੱਚੋਂ ਆਤਮਿਕ ਆਨੰਦ ਉਪਜਦਾ ਹੈ। ਇਸ ਤਰ੍ਹਾਂ ਸ਼ਬਦ ਦਾ ਅਨੁਭਵੀ ਗਿਆਨ ਬੁੱਝ ਲਈਦਾ ਹੈ ਤੇ ਜਿਸ ਤੱਤ ਵੱਲ ਸ਼ਬਦ ਸੰਕੇਤ ਕਰਦਾ ਹੈ,
ਉਹ ਪ੍ਰਗਟ ਪਹਾਰੇ ਹੋ ਜਾਂਦਾ ਹੈ। ਹਾਂਜੀ, ਬਿਰਤੀਆਂ ਨੂੰ ਕਿਵੇਂ ਭਰਪੂਰ ਕਰਨਾ ਹੈ, ਪਿੱਛੇ ਅਸੀਂ ਪੜ੍ਹ ਆਏ ਹਾਂ ਕਿ ਬਿਸਮਾਦੀ ਸਿਫਤ ਤੇ ਪ੍ਰੇਮਾ ਭਗਤੀ ਦੁਆਰਾ ਸਾਧ ਸੰਗਤ ਵਿੱਚ ਵਿਚਰਦਿਆਂ ਬਾਰੰਬਾਰ ਅਭਿਆਸ ਦੁਆਰਾ। ਸੋ ਦੂਜੇ ਪਾਸੇ ਇਹ ਜੋਗੀਆਂ ਦੀ ਜਿਹੜੀ ਰਸਹੀਣ ਅਫੁਰ ਸੁੰਨ ਅਵਸਥਾ ਹੈ, ਇਹ ਕੇਵਲ ਸਰੀਰਕ ਸਮਾਧੀ ਦੌਰਾਨ ਹੀ ਕਾਇਮ ਰਹਿੰਦੀ ਹੈ। ਜਾਗਰਤ ਅਵਸਥਾ ਵਿੱਚ ਐਸੀ ਸੁੰਨ ਦਾ ਕੋਈ ਅਰਥ ਜਾਂ ਲਾਭ ਨਹੀਂ। ਹਾਂਜੀ, ਜਦੋਂ ਸਮਾਧੀ ਤੇ ਬੈਠੇ ਅਫੁਰ ਅਵਸਥਾ ਤੇ ਪਹੁੰਚ ਗਏ, ਹੁਣ ਤੁਰਦਿਆਂ ਫਿਰਦਿਆਂ ਤੇ ਅਫੁਰ ਅਵਸਥਾ ਕਾਇਮ ਨਹੀਂ ਰਹਿੰਦੀ। ਪਰ ਜਦੋਂ ਅਨਹਦ ਧੁਨੀ ਗੁਰਸਿੱਖ ਬੁੱਝ ਲਈਦਾ ਹੈ, ਸ਼ਬਦ ਦੇ ਤੱਤ ਨੂੰ ਬੁੱਝ ਲੈਂਦਾ ਹੈ, ਦੈਵੀ ਵਲਵਲਿਆਂ ਨਾਲ ਆਪਣੀਆਂ ਬਿਰਤੀਆਂ ਨੂੰ ਭਰਪੂਰ ਕਰਕੇ, ਉਹ ਜਿਹੜੀ ਅਵਸਥਾ ਹੈ ਉਹ ਤਾਂ ਫਿਰ ਤੁਰਦਿਆਂ ਫਿਰਦਿਆਂ ਕਾਇਮ ਰਹਿੰਦੀ ਹੈ। ਇੱਕ ਹੋਰ ਜ਼ਰੂਰੀ ਨੁਕਤਾ ਸਿਮਰਨ ਦੀ ਕਿਰਿਆ ਨੂੰ ਸਫਲ ਬਣਾਉਣ ਦਾ ਸ਼ੁਰੂਆਤ ਵਾਲੇ ਜਗਿਆਸੂਆਂ ਵਾਸਤੇ, ਉਹ ਹੈ ਰਸਨਾ ਨਾਲ ਜਪਣਾ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਅਸੀਂ ਰੱਬ ਨੂੰ ਦਿਲ ਵਿੱਚ ਯਾਦ ਰੱਖਦੇ ਹਾਂ, ਐਵੇਂ ਦਿਖਾਵੇ ਲਈ ਮੂੰਹ ਮਾਰਨ ਦੀ ਕੀ ਜ਼ਰੂਰਤ ਹੈ। ਪਰ ਗੁਰਬਾਣੀ ਅਨੁਸਾਰ ਰਸਨਾ ਨਾਲ ਸਿਮਰਨ ਕਰਨਾ ਅਥਵਾ ਰਟਨ ਕਰਨ ਦਾ ਸਾਨੂੰ ਤਾਕੀਦੀ ਹੁਕਮ ਹੈ। ਹਰ 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 ਰਸਨਾ ਕਹੋ, ਕੋਟ ਦਾਨ ਇਸ਼ਨਾਨੰ ਅਨਕ ਸੋਦਨ ਪਵਿੱਤਰ ਤੈ, ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਵਿਮੁਚਤ ਹੈ। ਰਸਨਾ ਸਿਮਰਤ ਪਾਪ ਬਿਲਾਇਣ, ਰਸਨਾ ਗੁਣ ਗਾਵੇ ਹਰ ਤੇਰੇ, ਮਿਟੇ ਕਮਾਤੇ ਅਵਗੁਣ ਮੇਰੇ। ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀਐ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਕਟੀਐ। ਗੁਰ ਕੈ ਬਚਨ ਹਿਰਦੈ ਧਿਆਨ ਤਾਰੀ, ਰਸਨਾ ਜਾਪ ਜਪੋਂ ਬਨਵਾਰੀ। ਰਸਨਾ ਰਾਮ ਕੋ ਜਸ ਗਾਓ, ਆਨ ਸਵਾਦ ਬਿਸਾਰ ਸਗਲੇ ਭਲੋ ਨਾਮ ਸੁਆਓ। ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ। ਮੇਰੇ ਮਨ ਮੁਖ ਹਰ 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 ਬੋਲੀਏ। ਹਾਂਜੀ, ਆਪਣੀ ਸਿਮਰਨ ਦੀ ਕਿਰਿਆ ਨੂੰ ਸਫਲ ਕਰਨ ਲਈ ਇਹ ਬਹੁਤ ਹੈ ਕਿ ਬਹਿੰਦਿਆਂ ਉੱਠਦਿਆਂ ਜਪਣ ਦੀ ਆਦਤ ਪਾਉਣੀ, ਧਿਆਨ ਨਾਲ ਜਪਣਾ, ਗੁਰੂ ਵਾਲੇ ਬਣ ਕੇ ਗੁਰਮੰਤਰ ਪ੍ਰਾਪਤ ਕਰਕੇ ਸਾਧ ਸੰਗਤ ਵਿੱਚ ਵਿਚਰ ਕੇ ਜਪਣਾ, ਫਿਰ ਪ੍ਰੇਮਾ ਭਗਤੀ ਸਿਫਤ ਸਲਾਹ ਦੁਆਰਾ ਸਾਧ ਸੰਗਤ ਵਿੱਚ ਵਿਚਰਦਿਆਂ ਬਾਰੰਬਾਰ ਅਭਿਆਸ ਦੁਆਰਾ ਜਪਣਾ, ਭਾਵਨਾ ਨਾਲ ਜਪਣਾ, ਰਸਨਾ ਨਾਲ ਜਪਣਾ। ਇਹ ਬਹੁਤ ਹੈ ਜੇ ਦਿਆਨਤਦਾਰੀ ਨਾਲ ਅਸੀਂ ਸਿਮਰਨ ਕਰੀਏ। ਪਰ ਅਸਲ ਵਿੱਚ ਅਸੀਂ ਸਿਮਰਨ ਦੀ ਬਾਬਤ ਪੁੱਛ-ਗਿੱਛ, ਖੋਜ ਪੜਤਾਲ ਤਾਂ ਬਹੁਤ ਕਰਦੇ ਹਾਂ ਤੇ ਜਾਣਕਾਰੀ ਹਾਸਲ ਕਰਨ ਲਈ ਗਿਆਨ ਵੀ ਬਹੁਤ ਕੋੜਦੇ ਹਾਂ, ਪਰ ਅਮਲੀ ਤੌਰ 'ਤੇ ਸਿਮਰਨ ਨਹੀਂ ਕਰਦੇ, ਪ੍ਰੈਕਟੀਕਲ ਨਹੀਂ ਕਰਦੇ। ਐਸੀ ਪੁੱਛ-ਗਿੱਛ ਜਾਂ ਪੜਤਾਲ ਸਿਰਫ ਦਿਮਾਗੀ ਵਾਦ ਵਿਵਾਦ ਕਰਨ ਲਈ, ਜਾਂ ਪ੍ਰਚਾਰ ਕਰਨ ਲਈ, ਜਾਂ ਭਲੇ ਭਲੇਰੇ ਬਣਨ ਲਈ, ਜਾਂ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ, ਜਾਂ ਦਿਮਾਗੀ ਮਾਨਸਿਕ ਸ਼ੁਗਲ ਲਈ ਕੀਤੀ ਜਾਂਦੀ ਹੈ। ਅਮਲੀ ਤੌਰ 'ਤੇ ਸਿਮਰਨ ਕਰਨ ਦਾ ਖਿਆਲ ਜਾਂ ਉਤਸ਼ਾਹ ਓਪਰਾ ਜਿਹਾ ਹੀ ਹੁੰਦਾ ਹੈ ਜੋ ਮਾੜੀ ਜਿਹੀ ਖੇਚਲ ਜਾਂ ਕਿਸੇ ਹੋਰ ਬਹਾਨੇ ਨਾਲ ਉੱਡ ਪੁੱਡ ਜਾਂਦਾ ਹੈ। ਰਾਮ ਰਾਮ ਸਭ ਕੋ ਕਹੈ, ਕਹੀਐ ਰਾਮ ਨਾ ਹੋਏ। ਕਬੀਰ ਰਾਮ ਕਹਿਨ ਮੈਂ ਭੇਦ ਹੈ, ਤਾਂ ਮੈਂ ਏਕ ਵਿਚਾਰ। ਸੋਈ ਰਾਮ ਸਭੋ ਕਹੈ, ਸੋਈ ਕੌਤਕ ਹਾਰ। ਤੇਰਾ ਜਨ ਏਕ ਆਦ ਕੋਈ, ਤੇਰਾ ਜਨ ਏਕ ਆਦ ਕੋਈ। ਕਾਮ ਕ੍ਰੋਧ ਲੋਭ ਮੋਹ ਬਿਵਰਜਤ, ਹਰ ਪਦ ਚੀਨੈ ਸੋਈ। ਅਜਗਵਰ ਸਤਗੁਰ ਪੁਰਖ, ਗੁਰਮਤ ਗੁਰਸਿੱਖ ਅਜਰ ਜਰੰਦੇ। ਕਰਨ ਬੰਦਗੀ ਵਿਰਲੇ ਬੰਦੇ। ਇਸੇ ਲਈ ਗੁਰਬਾਣੀ ਵਿੱਚ ਸਿਮਰਨ ਨੂੰ ਆਖਣੇ ਔਖਾ ਸਾਚਾ ਨਾਉ, ਸਿਲ ਅਲੂਣੀ ਚਟਣੀ ਕਿਹਾ ਗਿਆ ਹੈ, ਕਿਉਂਕਿ ਸ਼ੁਰੂਆਤ ਵਿੱਚ ਬੇਸਵਾਦੇ ਜਪਣਾ ਪੈਂਦਾ ਹੈ ਤੇ ਮਨ ਟਿਕਦਾ ਨਹੀਂ, ਲੱਗਦਾ ਨਹੀਂ, ਉਸ ਪਾਸੇ ਮੁਸ਼ਕਿਲ ਹੈ। ਪਰ ਸਾਧ ਸੰਗਤ ਰੂਪੀ ਆਤਮਿਕ ਗੁਫਾ ਦੇ ਉੱਚੇ ਸੁੱਚੇ ਮਾਹੌਲ ਵਿੱਚ ਸਿਮਰਨ ਦੀ ਇਹ ਪ੍ਰਕਿਰਿਆ ਸੌਖੀ ਤੇ ਸਹਿਜ ਸੁਭਾਅ ਹੋ ਜਾਂਦੀ ਹੈ। ਧਿਆਨ ਦੇਣਾ ਜੀ, ਇਹ ਬਹੁਤ ਜ਼ਰੂਰੀ ਨੁਕਤਾ ਹੈ, ਕਿਉਂਕਿ ਇਹੋ ਜਿਹਾ ਮਾਹੌਲ ਹੁੰਦਾ ਹੈ, ਇਹੋ ਜਿਹਾ ਔਰਾ ਹੁੰਦਾ ਹੈ, ਇਹੋ ਜਿਹੀ ਵਾਈਬ੍ਰੇਸ਼ਨਸ ਹੁੰਦੀਆਂ ਹਨ ਸਾਧ ਸੰਗਤ ਵਿੱਚ ਕਿ ਜੇ ਅਸੀਂ ਲਗਾਤਾਰਤਾ ਨਾਲ ਇਸ ਵਿੱਚ ਵਿਚਰੀਏ ਤਾਂ ਸਵਾਸ ਸਵਾਸ ਜਪਣ ਦੀ ਕਿਰਿਆ ਵੀ ਸੌਖੀ ਹੋ ਜਾਂਦੀ ਹੈ, ਮਨ ਵੀ ਟਿਕਣ ਲੱਗ ਪੈਂਦਾ ਹੈ। ਸੋ ਸਾਧ ਸੰਗਤ ਰੂਪੀ ਆਤਮਿਕ ਗੁਫਾ ਦੇ ਉੱਚੇ ਸੁੱਚੇ ਮਾਹੌਲ ਵਿੱਚ
ਸਿਮਰਨ ਦੀ ਇਹ ਪ੍ਰਕਿਰਿਆ ਸੌਖੀ ਤੇ ਸਹਿਜ ਸੁਭਾਅ ਹੋ ਜਾਂਦੀ ਹੈ। ਤਦੇ ਗੁਰਬਾਣੀ ਵਿੱਚ ਸਤਿਗੁਰਾਂ ਨੇ ਸਾਨੂੰ ਮਿਲ ਸਾਧ ਸੰਗਤ ਭਜ ਕੇਵਲ ਨਾਮ ਦਾ ਉਪਦੇਸ਼ ਦਿੱਤਾ ਹੈ। ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਪੁਨੀਤ। ਸਾਧ ਸਾਧ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ। ਏਕ ਆਧਾਰ ਨਾਮ ਤਨ ਮੋਰਾ ਅਨੰਦ ਨਾਨਕ ਏ ਲਈਐ। ਹਰ ਸਾਚਾ ਸਿਮਰੋ ਭਾਈ साध संग सदा सुख पाइए। हर बिसर न कबहू जाई। प्रभ का सिमरन साध के संग सर्व निधान नानक हर रंग। हर हर सिमरो संत गोपाला साध संग मिल नाम ते आवो पूरन होवे काला। हर हर सिमरो संत गोपाला साध संग मिल नाम ते आवो पूरन होवे काला। गुरबाणी विचार लेख नंबर 112 सिमरन भाग तीजा। गुरु रूप प्यारी साध संगत जी, एक दो जरूरी बेनतियां आप जी दे चरनां विच कि सिमरन दे विषय ते गुरमुख प्यारियां ने 16 लेख लिखे हैं। सिमरन दी जड़ी घालना जिहड़ा इस मार्ग ते चलिया होवे जे उसकी अगवाई विच कीती जावे तां इह सफल हो सकती है। पर अपने आप कई बारी सारी उम्र घालना घालदियां भी आदमी उत्थों बाहर नहीं निकल सकता मायकी रंगत चों। सो संगतां दे चरनां 'च एक तां जरूरी बेनती ये है कि सिमरन दे ते शब्द दे ये दो लिखतां दा पूरा मुकम्मल किताब जे किसी को वीर भैन कोल नहीं है वो इत्थों ले जाण दी किरपालता करें। पर जिहड़े ये समझदे हन कि आप पढ़ के समझ नहीं आती तां संगत विच जिहड़े लेख पढ़े गए हैं उन्हां दीयां सीढ़ियां बणीआं होईआं हन वो ले जाण दी किरपालता करनी। क्योंकि किसी दी जिहड़े महापुरखा ने आप कमाया, गुरमुख प्यारे ने आप अपना सारा जीवन स्वास स्वास सिमरन करके बिताया है। सो वो सारे इस मार्ग दी एक नुकते दा आप जियां नूं पता सी, आप जियां ने वर्णन किया है। सो इत्थों असीं सेध लैके सही मार्ग ते चल सकते हाँ। दूजी जरूरी बेनती कि एक महापुरखा दियां लिखतां जिहड़े उन्हां दे अपने बचन हन उन्हां दियां सीढ़ियां आप जरूर ले जाण दी किरपालता करो जी। क्योंकि इन्हां उन्हां दे अपने बचनां विच इतनी पावर है कि जे असी एक कैसेट दिन दी 1 घंटे दी सुन लईए तां ये बचन सानू मजबूर करनगे गुरबाणी अनुसार जीवन जीवन ते। इन्हां विच इन्नी पावर है। पर कई जगियासुआं दी शिकायत सी बई जिहड़े बाऊ जी दे जिहड़ियां कैसटां बणीआं ने उन्हां चों कुछ शब्द समझ नहीं आते क्योंकि पुराणियां रिकॉर्डिंग हन, पता नहीं किस वेले रिकॉर्ड कीतियां गईआं वॉकमैन ते, इस करके कैसटां ठीक नहीं सन। पर हुण कुछ वीरां ने उद्यम करके कोई थोड़ा जिहा ताकि बचन समझ आण दोबारे तो ये सीढ़ियां बननियां शुरू कीतियां हन। 2 सीढ़ियां बन चुकियां हन। सो संगतां दे चरनां 'च बेनती है कि जरूर ले जाण दी किरपालता करो। जे आप लै जाओगे सुनोगे एक तां साड़ा मन गुरबाणी अनुसार जीवन जीवन दा चाव मिलेगा ते जिहड़े वीर इस काम ते मेहनत कर रहे हैं उन्हां नूं थोड़ा उत्साह भी मिलेगा जी। वाहिगुरू जी का खालसा, वाहिगुरू जी की फतेह।